ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਆਪਾਂ ਕਰ ਰਹੇ ਸੀ ਪੰਜਾਬੀ ਦੀ ਮੌਕ ਟੈਸਟ। ਕੱਲ੍ਹ ਆਪਾਂ 12ਵਾਂ ਟੈਸਟ ਕੀਤਾ ਸੀ ਜਿਸ ਵਿੱਚ ਸਾਹਿਤ ਦੇ ਭਿੰਨ ਰੂਪਾਂ ਨਾਲ ਸੰਬੰਧਿਤ ਪ੍ਰਸ਼ਨ ਸੀ। ਅੱਜ ਆਪਾਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇ ਲਾਸਟ 'ਤੇ ਆਪਣੇ ਆਪਣੇ ਉੱਤਰ ਜਿਹੜੇ ਵੀ ਤੁਸੀਂ ਕੀਤੇ ਆ ਉਹ ਮੈਚ ਕਰਕੇ ਜਿੰਨੇ ਵੀ ਤੁਹਾਡੇ ਨੰਬਰ ਆਉਂਦੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਸਾਡਾ ਪਹਿਲਾ ਪ੍ਰਸ਼ਨ ਸੀ, ਸ਼ਲੋਕ ਕਿਸ ਭਾਸ਼ਾ ਦਾ ਸ਼ਬਦ ਹੈ? ਤਾਂ ਇਹਦਾ ਉੱਤਰ ਸੀ ਸੱਸਾ, ਸ਼ਲੋਕ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਸ਼ਲੋਕ ਦਾ ਸ਼ਬਦੀ ਅਰਥ ਕੀ ਹੈ? ਸ਼ਲੋਕ ਦਾ ਸ਼ਬਦੀ ਅਰਥ ਹੈ ਪ੍ਰਸ਼ੰਸਾ, ਉਸਤਤ, ਤਾਰੀਫ। ਫਿਰ ਇਹਦਾ ਸੱਸਾ ਆਪਸ਼ਨ ਠੀਕ ਹੋ ਗਿਆ, ਉਪਰੋਕਤ ਸਾਰੀ ਹੀ। ਕਿਸ ਵਿਦਵਾਨ ਅਨੁਸਾਰ ਅਸਲ ਲਫ਼ਜ਼ ਇਹ ਸ਼ੈ ਲੋਕ ਬਾਦਸ਼ਾਹ ਦੀ ਦੁਨੀਆ ਕਲਾ ਮੁੱਲ ਮੁਲਕ ਮਤਲਬ ਇਹ ਕਿ ਇੱਕ ਖਿਆਲ ਨੂੰ ਸੰਕੋਚ ਦੇ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਬਿਆਨ ਕਰਨਾ। ਇਹ ਕਿਹਨੇ ਕਿਹਾ ਸੀ? ਆਪਸ਼ਨ ਊੜਾ, ਮੌਲਾ ਬਖਸ਼ ਕੁਸ਼ਤਾਨੀ। ਕਿਸ ਕਾਵਿ ਰੂਪ ਵਿੱਚ ਭਾਵ ਨੂੰ ਸੰਕੋਚਮਈ ਢੰਗ ਨਾਲ ਦਰਸਾਇਆ ਜਾਂਦਾ ਹੈ ਤਾਂ ਉਹ ਕੀ ਹੁੰਦਾ ਹੈ? ਸ਼ਲੋਕ। ਕਿੱਸਾ ਕਿਸ ਭਾਸ਼ਾ ਨਾਲ ਸੰਬੰਧ ਰੱਖਦਾ ਹੈ? ਆਪਸ਼ਨ ਐੜਾ, ਅਰਬੀ ਭਾਸ਼ਾ ਨਾਲ। ਤੇ ਪੰਜਾਬੀ ਦੇ ਵਿੱਚ ਕਿੱਸਾ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ? ਫਾਰਸੀ। ਇਸ ਤਰ੍ਹਾਂ ਦਾ ਪ੍ਰਸ਼ਨ ਆਉਂਦਾ ਤਾਂ ਤੁਸੀਂ ਧਿਆਨ ਨਾਲ ਪੜ੍ਹਨਾ ਹੈ। ਇੱਥੇ ਕੀ ਪੁੱਛਿਆ? ਕਿੱਸਾ ਕਿਸ ਭਾਸ਼ਾ ਤੋਂ ਆਇਆ ਤਾਂ ਫਿਰ ਅਰਬੀ। ਪੰਜਾਬੀ ਦੇ ਵਿੱਚ ਕਿੱਸਾ ਕਿਸ ਭਾਸ਼ਾ ਤੋਂ ਆਇਆ? ਫਿਰ ਹੈਗਾ ਫਾਰਸੀ। ਕਿੱਸੇ ਦੇ ਸ਼ਬਦੀ ਅਰਥ ਕੀ ਹਨ? ਕਿੱਸੇ ਦਾ ਸ਼ਬਦੀ ਅਰਥ ਹੈ ਅਰਬ ਕਹਾਣੀਆਂ, ਬੀਤੇ ਦਾ ਵਰਣਨ, ਘਟਨਾ। ਫਿਰ ਈਡੀ ਆਪਸ਼ਨ ਠੀਕ ਹੋ ਜਾਂਦੀ ਹੈ, ਉਪਰੋਕਤ ਸਾਰੇ ਹੀ। ਕਿਸ ਭਾਸ਼ਾ ਵਿੱਚ ਕਿੱਸੇ ਵਰਗੀ ਬਿਆਨੀਆਂ ਕਵਿਤਾ ਨੂੰ ਮਸਨਵੀ ਆਖਿਆ ਜਾਂਦਾ ਹੈ? ਆਪਸ਼ਨ ਐੜਾ, ਫਾਰਸੀ ਭਾਸ਼ਾ ਦੇ ਵਿੱਚ। 12ਵਾਂ ਲੋਕ ਕਾਵਿ ਵਿੱਚ ਮਹੀਨਿਆਂ ਦਾ ਵਰਣਨ ਹੁੰਦਾ ਹੈ। ਕਿੰਨੇ ਮਹੀਨਿਆਂ ਦਾ? 12 ਮਹੀਨਿਆਂ ਦਾ। ਸਾਲ ਦੇ 12 ਮਹੀਨਿਆਂ ਦੀ ਸੰਗਲੀ ਨੂੰ ਕਿਹਾ ਜਾਂਦਾ ਹੈ 12 ਮਾਹ। 12ਵਾਂ ਕਾਵਿ ਰੂਪ ਕਿਸ ਦਾ ਸੁਮੇਲ ਹੁੰਦਾ ਹੈ? ਆਪਸ਼ਨ ਈਡੀ, ਊੜਾ ਤੇ ਐੜਾ ਦੋਨੇ ਹੀ, ਸਰੀਰਕ ਤੇ ਮਾਨਸਿਕ। 12 ਮਾਹ ਦੇ ਵਿੱਚ ਜਿਹੜੇ 12 ਮਹੀਨੇ ਹੁੰਦੇ ਆ ਉਹਨਾਂ ਵਿੱਚ 11 ਮਹੀਨਿਆਂ ਦੇ ਵਿੱਚ ਜਿਹੜੀ ਜੀਵ ਇਸਤਰੀ ਹੁੰਦੀ ਹੈ ਨਾ ਉਹ ਕੀ ਆ? ਪ੍ਰਭੂ ਦੇ ਮਿਲਾਪ ਦੇ ਲਈ ਉਹਦੇ ਵਿੱਚ ਤੜਫ ਹੁੰਦੀ ਹੈ, ਉਸ 'ਤੇ ਵਿਨਯੋਗ ਹੁੰਦਾ। ਅਤੇ 12ਵੇਂ ਮਹੀਨੇ ਦੇ ਵਿੱਚ ਫਿਰ ਉਹਨਾਂ ਦਾ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ। ਫਿਰ ਉਹਨੂੰ ਮਾਨਸਿਕ ਤੇ ਸਰੀਰਕ ਕੀ ਆ? ਸੁੱਖ ਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। 12 ਮਾਹ ਨੂੰ ਪੰਜਾਬੀ ਦਾ ਕਿਹੜਾ ਕਾਵਿ ਰੂਪ ਮੰਨਿਆ ਜਾਂਦਾ ਹੈ? ਆਪਸ਼ਨ ਊੜਾ, ਲੋਕ ਕਾਵਿ ਰੂਪ। ਕਿਸ ਕਾਵਿ ਰੂਪ ਵਿਸ਼ੇ ਤੇ ਰੂਪ ਦੀ ਕੋਈ ਬੰਦਸ਼ ਨਹੀਂ ਹੁੰਦੀ? 12 ਮਾਹ 'ਤੇ। ਵਿਦਵਾਨ ਕਾਫੀ ਨੂੰ ਕਿਹੜਾ ਰੂਪ ਦੇ ਕੇ ਸੰਤੁਸ਼ਟ ਹੋ ਜਾਂਦੇ ਆ? ਆਪਸ਼ਨ ਸੱਸਾ, ਉਪਰੋਕਤ ਸਾਰੇ ਹੀ। ਕਿਹੜੇ ਵਿਦਵਾਨ ਨੇ ਕਾਫੀ ਨੂੰ ਰਾਗਣੀ ਸਵੀਕਾਰ ਕੀਤਾ? ਆਪਸ਼ਨ ਈਡੀ, ਮੋਹਨ ਸਿੰਘ ਦੀਵਾਨਾ ਨੇ। ਭਾਈ ਕਾਨ੍ਹ ਸਿੰਘ ਨਾਭਾ ਕੋਸ਼ ਵਿੱਚ ਕਾਫੀ ਨੂੰ ਕੀ ਮੰਨਦੇ ਆ? ਇਹ ਵੀ ਆਪਸ਼ਨ ਊੜਾ, ਰਾਗਣੀ ਮੰਨਦੇ ਆ। ਤੇ ਕਾਫੀ ਨੂੰ ਰਾਗਣੀ ਕੌਣ ਕੌਣ ਮੰਨਦੇ ਆ? ਇੱਕ ਤਾਂ ਡਾਕਟਰ ਮੋਹਨ ਸਿੰਘ ਦੀਵਾਨਾ, ਭਾਈ ਕਾਨ੍ਹ ਸਿੰਘ ਨਾਭਾ ਤੇ ਹਿੰਦੀ ਵਿਸ਼ਵ ਕੋਸ਼ ਦੇ ਵਿੱਚ ਵੀ ਜਿਹੜਾ ਕਾਫੀ ਨੂੰ ਰਾਗਣੀ ਕਿਹਾ ਜਾਂਦਾ। ਸੱਸਾ ਆਪਸ਼ਨ ਠੀਕ ਹੋ ਜਾਂਦਾ, ਉਪਰੋਕਤ ਸਾਰੇ ਹੀ। ਕਿਹੜੇ ਕਾਵਿ ਰੂਪ ਦੀ ਸਿਰਜਣਾ ਕਰਦੇ ਸਮੇਂ ਬੰਦਿਸ਼ ਨੂੰ ਨਹੀਂ ਅਪਣਾਇਆ ਗਿਆ? ਆਪਸ਼ਨ ਈਡੀ, ਕਾਫੀ ਦੇ ਵਿੱਚ। ਵਾਰ ਦਾ ਸੰਬੰਧ ਕਿਸ ਨਾਲ ਹੁੰਦਾ ਹੈ? ਆਪਸ਼ਨ ਈਡੀ, ਜੰਗਾਂ ਯੁੱਧਾਂ ਦੇ ਨਾਲ ਵਾਰ ਦਾ ਸੰਬੰਧ ਹੁੰਦਾ ਹੈ। ਪੰਜਾਬੀ ਵਿੱਚ ਅਧਿਆਤਮਕ ਵਾਰਾਂ ਪਹਿਲੀ ਵਾਰ ਕਿਸ ਨੇ ਲਿਖੀਆਂ ਸੀ? ਗੁਰੂ ਸਾਹਿਬਾਨ ਨੇ ਤੇ ਭਾਈ ਗੁਰਦਾਸ ਜੀ ਨੇ। ਈਡੀ ਆਪਸ਼ਨ ਠੀਕ ਆ, ਊੜਾ ਤੇ ਐੜਾ ਦੋਨੋਂ ਹੀ। ਵਾਰ ਦਾ ਅਰਥ ਹੈ, ਵਾਰ ਦਾ ਅਰਥ ਕੀ ਹੁੰਦਾ? ਵਾਰ ਰੋਕਣਾ ਜਾਂ ਵਾਰ ਕਰਨਾ। ਸੱਸਾ ਆਪਸ਼ਨ ਠੀਕ ਆ, ਉਪਰੋਕਤ ਸਾਰੇ ਹੀ। ਕਿਸ ਵਿਦਵਾਨ ਦਾ ਕਥਨ ਹੈ ਕਿ ਜਿਸ ਰਚਨਾ ਵਿੱਚ ਸੂਰਬੀਰਤਾ ਦਾ ਵਰਣਨ ਹੋਵੇ ਵਾਰ ਅਖਵਾਉਂਦੀ ਹੈ? ਇਹ ਕਥਨ ਸੀ ਭਾਈ ਕਾਨ੍ਹ ਸਿੰਘ ਨਾਭਾ ਦੇ। ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਚੰਡੀ ਦੀ ਵਾਰ ਦਾ ਨਾਇਕ ਕਿਹੜਾ ਹੈ?
ਆਪਸ਼ਨ ਈ ਡੀ ਮਿਥਿਹਾਸਿਕ ਪਾਤਰ ਸੀ। ਜਨਮ ਸਾਖੀ ਕਿਸ ਕਾਲ ਦੇ ਵਾਰਤਕ ਸਾਹਿਤ ਦਾ ਪ੍ਰਮੁੱਖ ਸਾਹਿਤ ਰੂਪ ਹੈ? ਆਪਸ਼ਨ ਊੜਾ ਆਦਿ ਕਾਲ ਦਾ। ਜਨਮ ਸਾਖੀ ਕਿਹੋ ਜਿਹਾ ਕਾਵਿ ਰੂਪ ਹੈ? ਜਨਮ ਸਾਖੀ ਮਿਸ਼ਰਤ ਕਾਵਿ ਰੂਪ ਹੈ। ਤੇ ਜਨਮ ਸਾਖੀ ਕਿਸ ਦਾ ਸੁਮੇਲ ਹੈ? ਜਨਮ ਸਾਖੀ ਦੇ ਵਿੱਚ ਸੰਵਾਦ, ਬਿਰਤਾਂਤ ਤੇ ਬਾਣੀ ਇਹ ਸਾਰੇ ਹੁੰਦੇ ਆ। ਆਪਸ਼ਨ ਸੱਸਾ ਇਹਦਾ ਸਹੀ ਆਪਸ਼ਨ ਹੈ ਉੱਤਰ ਆ। ਜਨਮ ਸਾਖੀ ਵਿਚਲੀਆਂ ਸਾਖੀਆਂ ਵਿੱਚ ਜ਼ਿਆਦਾਤਰ ਕਿਸ ਦਾ ਬਿਰਤਾਂਤ ਪੇਸ਼ ਕੀਤਾ ਜਾਂਦਾ ਹੈ? ਆਪਸ਼ਨ ਈ ਡੀ ਘਟਨਾ ਦਾ। ਜਨਮ ਸਾਖੀ ਦਾ ਪ੍ਰਮੁੱਖ ਤੱਤ ਕਿਹੜਾ ਹੈ? ਆਪਸ਼ਨ ਐੜਾ ਬਿਰਤਾਂਤ। ਜਨਮ ਸਾਖੀ ਵਿਚਲੀਆਂ ਸਾਖੀਆਂ ਦੀ ਤਰਤੀਬ ਕਿਹੋ ਜਿਹੀ ਹੁੰਦੀ ਹੈ? ਆਪਸ਼ਨ ਐੜਾ ਆਪ ਹੁਦਰੀ। ਜਨਮ ਸਾਖੀ ਕੀ ਹੈ? ਇੱਕ ਮਿਸ਼ਰਤ ਕਾਵਿ ਰੂਪ ਅਤੇ ਇਸ ਵਿੱਚ ਜਿਹੜੀ ਕਹਾਣੀਆਂ ਹੁੰਦੀਆਂ ਉਹਨਾਂ ਦੀ ਕੋਈ ਤਰਤੀਬਵਾਰ ਨਹੀਂ ਪੇਸ਼ ਕੀਤੀਆਂ ਹੁੰਦੀਆਂ, ਉਹਨਾਂ ਦੀ ਤਰਤੀਬ ਆਪ ਹੁਦਰੀ ਹੁੰਦੀ ਹੈ। ਕਵਿਤਾ ਕਦੋਂ ਤੋਂ ਮਨੁੱਖ ਦੀ ਸਾਥੀ ਰਹੀ ਹੈ? ਆਪਸ਼ਨ ਐੜਾ ਮੁੱਢ ਕਦੀਮ ਤੋਂ। ਕਿਸ ਵਿਦਵਾਨ ਨੇ ਰਸਮਈ ਵਾਕ ਨੂੰ ਕਵਿਤਾ ਦਾ ਨਾਮ ਦਿੱਤਾ? ਆਪਸ਼ਨ ਈ ਡੀ ਵਿਸ਼ਵਨਾਥ ਨੇ। ਪੰਜਾਬੀ ਦੇ ਕਿਸ ਕਵੀ ਅਨੁਸਾਰ ਕਵਿਤਾ ਰੂਹਾਂ ਦੀ ਬੋਲੀ ਹੈ? ਆਪਸ਼ਨ ਈ ਡੀ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ। ਕਿਸ ਵਿਦਵਾਨ ਦਾ ਕਥਨ ਹੈ ਕਿ ਕਵਿਤਾ ਦੀ ਛੋਹ ਨਾਲ ਹਰ ਵਸਤੂ ਅਮਰ, ਚਿਰਜੀਵੀ ਤੇ ਸੁੰਦਰ ਬਣ ਜਾਂਦੀ ਹੈ? ਆਪਸ਼ਨ ਐੜਾ ਰਾਬਰਟ ਹਲੇਰ ਨੇ। ਵਿਚਾਰ ਦਾ ਸੰਬੰਧ ਕਿਸ ਨਾਲ ਹੁੰਦਾ ਹੈ? ਆਪਸ਼ਨ ਈ ਡੀ ਊੜਾ ਤੇ ਐੜਾ ਦੋਨਾਂ ਦਾ। ਵਿਚਾਰ ਦਾ ਸੰਬੰਧ ਕਿਹਦੇ ਨਾਲ ਹੁੰਦਾ? ਬੁੱਧੀ ਨਾਲ ਤੇ ਦਿਮਾਗ ਨਾਲ। ਮਨੋਭਾਵ ਦਾ ਕੀ ਅਰਥ ਹੈ? ਮਨੋਭਾਵ ਦਾ ਅਰਥ ਹੈ ਭਾਵਨਾ, ਜਜ਼ਬਾ। ਜਿਹੜੀ ਕਵਿਤਾ ਹੁੰਦੀ ਆ ਉਹਦੇ ਵਿੱਚ ਕੀ ਆਪਾਂ ਪੇਸ਼ ਕਰਦੇ ਹਾਂ? ਮਨੋਭਾਵ ਹੁੰਦੀ ਆ, ਆਪਣੀ ਭਾਵਨਾ ਹੁੰਦੀ, ਜਜ਼ਬਾ ਹੁੰਦਾ। ਕਾਵਿ ਰਚਨਾ ਪੜ੍ਹਨ ਜਾਂ ਸੁਣਨ ਸਮੇਂ ਪਾਠਕ ਜਾਂ ਸਰੋਤੇ ਆਨੰਦ ਦੇ ਅਨੁਭਵ ਨੂੰ ਕੀ ਆਖਿਆ ਜਾਂਦਾ ਹੈ? ਆਪਸ਼ਨ ਐੜਾ ਰਸ। ਗਜ਼ਲ ਕਾਵਿ ਰੂਪ ਦਾ ਵਿਕਾਸ ਕਿਸ ਸਾਹਿਤ ਰੂਪ ਤੋਂ ਹੋਇਆ? ਆਪਸ਼ਨ ਈ ਡੀ ਅਰਬੀ ਭਾਸ਼ਾ ਤੋਂ। ਅਗਲਾ ਪ੍ਰਸ਼ਨ ਹੈ ਕਿਸ ਸਾਹਿਤ ਵਿੱਚ ਗਜ਼ਲ ਦੀ ਆਮਦ ਫਾਰਸੀ ਅਤੇ ਉਰਦੂ ਦੀ ਸ਼ਾਇਰੀ ਰਾਹੀਂ ਹੋਈ? ਆਪਸ਼ਨ ਐੜਾ ਸੰਸਕ੍ਰਿਤ ਸਾਹਿਤ ਤੋਂ। ਕਿਸ ਵਿਦਵਾਨ ਦਾ ਵਿਚਾਰ ਹੈ ਕਿ ਗਜ਼ਲ ਉਹ ਦਰਦਨਾਕ ਆਵਾਜ਼ ਹੈ ਜੋ ਸ਼ਿਕਾਰੀ ਕੁੱਤਿਆਂ ਤੋਂ ਜਾਨ ਬਚਾਉਣ ਵਿੱਚ ਹੋਇਆ ਹਰਨ ਸੰਕਟ ਸਮੇਂ ਕੱਢਦੇ ਨੇ? ਇਹ ਕਿਹਨੇ ਕਿਹਾ ਸੀ? ਆਬਿਲ ਅਲੀ ਨੇ। ਗਜ਼ਲ ਦਾ ਵਿਸ਼ਾ ਕਿਸ ਨਾਲ ਭਰਿਆ ਹੈ? ਗਜ਼ਲ ਜਿਹੜੀ ਆ ਉਹਦੇ ਵਿੱਚ ਪ੍ਰੇਮ, ਪਿਆਰ, ਪ੍ਰੇਮੀ ਦੇ ਬਿਰਹਾ ਦੀ ਤੜਫ ਤੇ ਸੁੰਦਰਤਾ ਆਦਿ ਵਿਸ਼ਿਆਂ ਨੂੰ ਬਿਆਨ ਕੀਤਾ ਹੁੰਦਾ ਹੈ। ਪੰਜਾਬੀ ਗਜ਼ਲਕਾਰਾਂ ਨੇ ਕਿਹੋ ਜਿਹੇ ਵਿਸ਼ੇ ਲਏ ਆ? ਪੰਜਾਬੀ ਗਜ਼ਲਕਾਰਾਂ ਨੇ ਜਿਹੜੀ ਆ ਸਮੇਂ ਦੇ ਅਨੁਸਾਰ ਨਾ ਇਸ਼ਕ ਹੁਸਨ ਵਾਲੀਆਂ ਗੱਲਾਂ ਤੋਂ ਥੋੜ੍ਹਾ ਪਰੇ ਹਟ ਕੇ ਉਹਨਾਂ ਨੇ ਦੇਸ਼ ਪਿਆਰ, ਉਸਾਰੂ ਰੁਚੀਆਂ ਤੇ ਜੀਵਨ ਜਾਚ ਆਦਿ ਵਿਸ਼ੇ ਜਿਹੜੇ ਆ ਗਜ਼ਲਾਂ ਦੇ ਵਿੱਚ ਪੇਸ਼ ਕੀਤੇ ਸੀ। ਨਜ਼ਮ ਕਿਸ ਭਾਸ਼ਾ ਦਾ ਮੂਲ ਸ਼ਬਦ ਹੈ? ਆਪਸ਼ਨ ਐੜਾ ਅਰਬੀ ਭਾਸ਼ਾ ਦਾ। ਤੇ ਨਜ਼ਮ ਦਾ ਸ਼ਬਦੀ ਅਰਥ ਕੀ ਆ? ਮੋਤੀਆਂ ਨੂੰ ਧਾਗੇ ਵਿੱਚ ਪਰੋਣਾ। ਕਿਹੜੀ ਭਾਸ਼ਾ ਵਿੱਚ ਸਮੁੱਚੇ ਭਾਵਾਂ ਨੂੰ ਨਜ਼ਮ ਆਖਿਆ ਜਾਂਦਾ ਹੈ? ਆਪਸ਼ਨ ਈ ਡੀ ਉਰਦੂ ਭਾਸ਼ਾ ਦੇ ਵਿੱਚ। ਇਸ ਤੋਂ ਬਾਅਦ ਆਪਣੇ ਇੱਕ ਦੋ ਟੌਪਿਕ ਰਹਿ ਗਏ, ਉਹਨਾਂ ਦੇ ਵੀ ਆਪਾਂ ਜਲਦੀ ਟੈਸਟ ਲੈ ਕੇ ਫਿਰ ਪੂਰੇ ਸਿਲੇਬਸ ਦਾ ਜਿਵੇਂ ਕਿ ਪੇਪਰ ਆਉਂਦਾ 150 ਨੰਬਰ ਦਾ ਉਹ ਟੈਸਟ ਸ਼ੁਰੂ ਕਰਾਂਗੇ ਕਿਉਂਕਿ ਹੁਣ ਜਲਦੀ ਐਗਜ਼ਾਮ ਹੋਊਗਾ ਕਿਉਂਕਿ ਈਟੀਟੀ ਵਾਲਿਆਂ ਦੀ ਐਗਜ਼ਾਮ ਦੀ ਡੇਟ ਆ ਗਈ ਆ ਤਾਂ ਬੀਐਡ ਵਾਲਿਆਂ ਦੀ ਵੀ ਜਲਦੀ ਆ ਜੂਗੀ ਉਮੀਦ ਆ। ਉਰਦੂ ਜਾਂ ਫਾਰਸੀ ਵਿੱਚ ਨਜ਼ਮ ਨੂੰ ਕਿਸ ਦੀ ਪਾਬੰਦੀ ਨਾਲ ਨਿਭਾਇਆ ਜਾਂਦਾ ਹੈ? ਆਪਸ਼ਨ ਐੜਾ ਕਾਫੀਏ ਦੀ ਪਾਬੰਦੀ ਨਾਲ। ਭਾਰਤੀ ਭਾਸ਼ਾਵਾਂ ਵਿੱਚ ਕਿਸ ਨੂੰ ਕਵਿਤਾ ਕਹਿੰਦੇ ਆ? ਆਪਸ਼ਨ ਈ ਡੀ ਨਜ਼ਮ ਨੂੰ ਭਾਰਤੀ ਭਾਸ਼ਾਵਾਂ ਦੇ ਵਿੱਚ ਕੀ ਕਿਹਾ ਜਾਂਦਾ ਹੈ? ਕਵਿਤਾ। ਅਗਲਾ ਪ੍ਰਸ਼ਨ ਹੈ ਰੁਬਾਈ ਕਿਸ ਭਾਸ਼ਾ ਦਾ ਸ਼ਬਦ ਹੈ? ਆਪਸ਼ਨ ਊੜਾ ਅਰਬੀ ਭਾਸ਼ਾ ਦਾ। ਤੇ ਰੁਬਾਈ ਕਾਵਿ ਰਚਨਾ ਵਿੱਚ ਕਿੰਨੀਆਂ ਤੁਕਾਂ ਸ਼ਾਮਲ ਹੁੰਦੀਆਂ ਨੇ? ਆਪਸ਼ਨ ਐੜਾ 4 ਜਿਸ ਕਾਵਿ-ਬੰਧ ਵਿੱਚ 4 ਤੁਕਾਂ ਸ਼ਾਮਲ ਹੁੰਦੀਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਰੁਬਾਈ। ਤੇ ਰੁਬਾਈ ਵਿੱਚ ਕਿੰਨੀਆਂ ਤੁਕਾਂ ਹੁੰਦੀਆਂ? 4।
ਫਾਰਸੀ ਵਿੱਚ ਰੁਬਾਈ ਨੂੰ ਕੀ ਕਿਹਾ ਜਾਂਦਾ ਹੈ? ਫਾਰਸੀ ਦੇ ਵਿੱਚ ਰੁਬਾਈ ਨੂੰ ਦੋ ਬੈਂਤੀ ਜਾਂ ਤਰਾਨਾ ਕਿਹਾ ਜਾਂਦਾ ਹੈ। ਈਡੀ ਆਪਸ਼ਨ ਠੀਕ ਹੋ ਜਾਂਦੀ ਹੈ। ਊੜਾ ਤੇ ਐੜਾ ਦੋਨੋਂ ਹੀ ਸਹੀ ਨੇ। ਰੁਬਾਈ ਦਾ ਕਿਹੜਾ ਚਰਨ ਵੱਖਰੇ ਤੁਕਾਂਤ ਵਾਲਾ ਹੁੰਦਾ ਹੈ? ਰੁਬਾਈ ਦੇ ਵਿੱਚ ਜਿਹੜਾ ਤੀਸਰਾ ਚਰਨ ਹੁੰਦਾ ਨਾ ਉਹ ਵੱਖਰੇ ਤੁਕਾਂਤ ਵਾਲਾ ਹੁੰਦਾ। ਕੁੱਲ ਕਿੰਨੇ ਹੁੰਦੇ? 4। ਪਹਿਲੇ ਦਾ, ਦੂਜੇ ਦਾ ਤੇ ਚੌਥੇ ਦਾ ਤੁਕਾਂਤ ਮੇਲ ਹੁੰਦਾ, ਪਰ ਜਿਹੜਾ ਤੀਸਰਾ ਉਹ ਕੀ ਆ? ਅਲੱਗ ਹੁੰਦਾ। ਨਾਵਲ ਕੀ ਹੈ? ਨਾਵਲ ਆਧੁਨਿਕ ਯੁੱਗ ਦੀ ਉਪਜ ਹੈ ਤੇ ਇਹ ਇੱਕ ਨਵਾਂ ਸਾਹਿਤ ਰੂਪ ਹੈ, ਇਸ ਲਈ ਸੱਸਾ ਆਪਸ਼ਨ ਠੀਕ ਆ। ਊੜਾ ਤੇ ਐੜਾ ਦੋਵੇਂ ਹੀ ਠੀਕ ਨੇ। ਨਾਵਲ ਦਾ ਜਨਮ ਕਿਸ ਕਾਰਨ ਹੋਇਆ? ਨਾਵਲ ਜਿਹੜਾ ਹੈ ਪੱਛਮੀ ਸਾਹਿਤ ਦੀ ਦੇਣ ਹੈ। ਨਾਵਲ ਸ਼ਬਦ ਕਿਸ ਭਾਸ਼ਾ ਦੀ ਨਾਵਲ ਤੋਂ ਬਣਿਆ ਹੈ? ਨਾਵਲ ਰੋਮਨ ਭਾਸ਼ਾ ਤੋਂ ਬਣਿਆ। ਨਾਵਲ ਜਿਹੜਾ ਨਾ ਅੰਗਰੇਜ਼ੀ ਤੋਂ ਸਿੱਧਾ ਹੀ ਉਸੇ ਤਰ੍ਹਾਂ ਹੀ ਲੈ ਲਿਆ ਗਿਆ ਨਾਵਲ, ਤੇ ਅੰਗਰੇਜ਼ੀ ਦੇ ਵਿੱਚ ਇਹ ਕਿੱਥੋਂ ਆਇਆ? ਲਤੀਨੀ ਭਾਸ਼ਾ ਦੀ ਨਵੇਲਾ ਸ਼ਬਦ ਤੋਂ। ਪੱਛਮ ਵਿੱਚ ਨਾਟਕ ਕਲਾ ਦਾ ਜਨਮ ਕਿਸ ਤੋਂ ਹੋਇਆ ਜਾਪਦਾ ਹੈ? ਪੱਛਮ ਦੇ ਵਿੱਚ ਨਾਟਕ ਜਿਹੜਾ ਨਕਲ ਤੇ ਨਾਚ, ਈਡੀ ਆਪਸ਼ਨ ਠੀਕ ਕਹਿੰਦਾ। ਨਾਟਕ ਕਲਾ ਦਾ ਸਭ ਤੋਂ ਪਹਿਲਾ ਜਨਮ ਕਿੱਥੇ ਹੋਇਆ? ਆਪਸ਼ਨ ਊੜਾ ਯੂਨਾਨ ਦੇ ਵਿੱਚ। ਨਾਟਕ ਦਾ ਮੁੱਖ ਤੱਤ ਕੀ ਆ? ਆਪਸ਼ਨ ਊੜਾ ਕਥਾ ਵਸਤੂ। ਇੱਕ ਅੰਗ ਵਿੱਚ ਖੇਡੇ ਜਾਣ ਵਾਲਾ ਕਿਹੜਾ ਨਾਟਕ ਹੁੰਦਾ ਹੈ? ਆਪਸ਼ਨ ਊੜਾ ਇਕਾਂਗੀ ਜਿਹੜੀ ਆ ਇੱਕ ਅੰਗ ਦੇ ਵਿੱਚ ਖੇਡੀ ਜਾਂਦੀ ਹੈ। ਨਾਟਕ ਵਿੱਚ ਅੰਗ ਕਿਸ ਨੂੰ ਆਖਦੇ ਨੇ? ਆਪਸ਼ਨ ਈਡੀ ਅੰਕ ਨੂੰ। ਇਕਾਂਗੀ ਕਿਸ ਸਾਹਿਤ ਦਾ ਸੁਤੰਤਰ ਰੂਪ ਹੈ? ਆਪਸ਼ਨ ਈਡੀ ਨਾਟਕ ਦਾ ਇਕਾਂਗੀ ਸੁਤੰਤਰ ਰੂਪ ਹੈ। ਨਿਬੰਧ ਕਿਹੜੀ ਭਾਸ਼ਾ ਦਾ? ਨਿਬੰਧ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਨਿਬੰਧ ਦਾ ਸ਼ਬਦੀ ਅਰਥ ਹੈ ਲੇਖ, ਚੰਗੀ ਤਰ੍ਹਾਂ ਬੰਨ੍ਹਣਾ, ਵਿਚਾਰ ਪ੍ਰਗਟ ਕਰਨਾ। ਸੱਸਾ ਆਪਸ਼ਨ ਠੀਕ ਆ, ਉਪਰੋਕਤ ਸਾਰੇ ਹੀ। ਨਿਬੰਧ ਲਿਖਣ ਲੱਗਿਆਂ ਕਿਸ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ? ਨਿਬੰਧ ਦੇ ਵਿੱਚ ਸਰਲਤਾ, ਸਪਸ਼ਟਤਾ ਤੇ ਸੁਹਿਰਦਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਨਿਬੰਧ ਲੇਖਕ ਦੇ ਮਨ ਦਾ ਕੀ ਆਖਿਆ ਜਾਂਦਾ ਹੈ? ਨਿਬੰਧ ਲੇਖਕ ਦੇ ਮਨ ਦੀ ਕੀ ਆ? ਭਗਤੀ ਮੰਨਿਆ ਜਾਂਦਾ ਹੈ। ਨਿਬੰਧ ਨੂੰ ਹੋਰ ਕੀ ਆਖਿਆ ਜਾਂਦਾ ਹੈ? ਨਿਬੰਧ ਨੂੰ ਮਨ ਦਾ ਦਰਪਣ ਤੇ ਆਪੇ ਦਾ ਪ੍ਰਕਾਸ਼ ਵੀ ਕਿਹਾ ਜਾਂਦਾ ਹੈ। ਕਿਸ ਦਾ ਸੁਮੇਲ ਕਿਸੇ ਸਫਲ ਨਿਬੰਧ ਦੀ ਨੀਂਹ ਹੁੰਦਾ ਹੈ? ਆਪਸ਼ਨ ਸੱਸਾ ਊੜਾ ਤੇ ਈਡੀ ਦੋਨੋਂ ਹੀ। ਬੁੱਧੀ ਤੇ ਭਾਵ ਜਿਹੜੀ ਆ ਨਿਬੰਧ ਦੀ ਨੀਂਹ ਹੁੰਦੀ ਆ। ਨਾਮਾ ਸ਼ਬਦ ਦਾ ਅਰਥ ਹੇਠ ਲਿਖਿਆਂ ਵਿੱਚੋਂ ਕਿਹੜਾ ਨਹੀਂ ਹੈ? ਤਾਂ ਸਫ਼ਰਨਾਮਾ ਜਿਹੜਾ ਉਹਦੇ ਵਿੱਚ ਦੋ ਸ਼ਬਦ ਤੋਂ ਬਣਿਆ, ਸਫ਼ਰ ਪਲੱਸ ਨਾਮਾ, ਤੇ ਨਾਮਾ ਦਾ ਅਰਥ ਹੈ ਚਿੱਠੀ, ਪੱਤਰ ਜਾਂ ਖੱਤ। ਕਿਹੜਾ ਨਹੀਂ ਹੈ? ਅਰਜੀ। ਪੰਜਾਬੀ ਵਿੱਚ ਸਫ਼ਰਨਾਮੇ ਦੀ ਪਿਰਤ ਕਿਹੜੀ ਸਦੀ ਵਿੱਚ ਪਈ? 20ਵੀਂ ਸਦੀ ਦੇ ਵਿੱਚ। ਪੰਜਾਬੀ ਵਿੱਚ ਸਫ਼ਰਨਾਮੇ ਲਿਖਣ ਦੀ ਪ੍ਰੇਰਨਾ ਕਿਹੜੀ ਭਾਸ਼ਾ ਵਿੱਚ ਸਫ਼ਰਨਾਮਿਆਂ ਤੋਂ ਮਿਲੀ? ਅੰਗਰੇਜ਼ੀ ਦੇ। ਅੰਗਰੇਜ਼ੀ ਦੇ ਵਿੱਚ ਸਫ਼ਰਨਾਮੇ ਨੂੰ ਕੀ ਆ? ਟਰੈਵਲਾਗ ਕਹਿੰਦੇ ਆ, ਤੇ ਅੰਗਰੇਜ਼ੀ ਤੋਂ ਹੀ ਜਿਹੜਾ ਪੰਜਾਬੀ ਵਿੱਚ ਸਫ਼ਰਨਾਮੇ ਲਿਖਣ ਦੀ ਪ੍ਰੇਰਨਾ ਮਿਲੀ ਸੀ। ਸਵੈ ਜੀਵਨੀ ਰਚਨਾ ਦਾ ਨਾਇਕ ਕੌਣ ਹੁੰਦਾ ਹੈ? ਲੇਖਕ। ਕਿਉਂਕਿ ਸਵੈ ਜੀਵਨੀ ਲਿਖਣ ਲਈ ਇਹ ਨਹੀਂ ਜ਼ਰੂਰੀ ਕਿ ਕਵੀ ਹੋਵੇ ਜਾਂ ਨਾਟਕਕਾਰ ਹੋਵੇ ਜਾਂ ਨਾਵਲਕਾਰ ਹੀ ਸਵੈ ਜੀਵਨੀ ਲਿਖ ਸਕਦਾ ਹੈ। ਸਵੈ ਜੀਵਨੀ ਕੋਈ ਵੀ ਲਿਖ ਸਕਦਾ ਹੈ। ਲੇਖਕ ਦੇ ਜੀਵਨ ਦਾ ਸੱਚਾ ਚਿੱਠਾ ਕੀ ਹੁੰਦਾ ਹੈ? ਆਪਸ਼ਨ ਐੜਾ ਸਵੈ ਜੀਵਨੀ। ਪੰਜਾਬੀ ਵਿੱਚ ਸਭ ਤੋਂ ਪਹਿਲਾਂ ਸਵੈ ਜੀਵਨੀ ਕਿਸ ਨੇ ਲਿਖੀ? ਜਿਹੜਾ ਪੰਜਾਬੀ ਦੇ ਵਿੱਚ ਸਵੈ ਜੀਵਨੀ ਸਭ ਤੋਂ ਪਹਿਲਾਂ ਤਾਂ ਲਿਖੀ ਤਾਂ ਸੀ ਨਾਨਕ ਸਿੰਘ ਨੇ, ਪਰ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਮੰਨੀ ਜਾਂਦੀ ਹੈ ਉਹ ਕਿਹਦੀ ਆ? ਪ੍ਰਿੰਸੀਪਲ ਤੇਜਾ ਸਿੰਘ ਦੀ। ਆਰਸੀ ਕਿਸ ਲੇਖਕ ਦੀ ਸਵੈ ਜੀਵਨੀ ਹੈ? ਪ੍ਰਿੰਸੀਪਲ ਤੇਜਾ ਸਿੰਘ ਦੀ। ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਮ ਹੈ? ਰਸੀਦੀ ਟਿਕਟ। ਨਾਨਕ ਸਿੰਘ ਨੇ ਕਿਸ ਸਿਰਲੇਖ 'ਤੇ ਸਵੈ ਜੀਵਨੀ ਲਿਖੀ ਸੀ? ਮੇਰੀ ਦੁਨੀਆ ਸਵੈ ਜੀਵਨੀ ਨਾਨਕ ਸਿੰਘ ਦੀ ਹੈ। ਮੇਰੀ ਜੀਵਨ ਕਹਾਣੀ ਕਿਸ ਲੇਖਕ ਦੀ ਸਵੈ ਜੀਵਨੀ ਹੈ? ਆਪਸ਼ਨ ਊੜਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ।
ਇਹ ਸੀ ਸਾਡੇ ਪੰਜਾਬੀ ਸਾਹਿਤ ਦੇ ਭਿੰਨ-ਭਿੰਨ ਰੂਪ ਨਾਲ ਸੰਬੰਧਿਤ ਪ੍ਰਸ਼ਨ। ਤੇ ਅਗਲੇ ਟੈਸਟ ਜਿਹੜਾ ਹੋਊਗਾ ਉਹ ਹੋਊਗਾ ਲੋਕ ਸਾਹਿਤ ਦੇ ਭਿੰਨ-ਭਿੰਨ ਰੂਪ। ਤੇ ਉਹ ਕਦੋਂ ਹੋਊਗਾ ਉਹ ਤੁਹਾਨੂੰ ਮੈਂ ਬਾਅਦ 'ਚ ਦੱਸ ਦੂੰਗੀ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ। ਥੈਂਕ ਯੂ।